ਅੱਜ ਰੰਧਾਵਾ ਸਾਹਿਬ ਆਏ ਹੋਏ ਜੀ ਸਾਡੇ ਕੋਲ। ਆ ਦੇਖੋ ਜੀ, ਆ ਲੀਚੀ ਆ ਮਾਸ਼ਾਅੱਲਾ ਆਪਣੇ ਇੱਥੋਂ ਦਰਖਤਾਂ ਤੋਂ ਲੱਤੀ ਹੈ। 2 ਦਰਖਤ ਹੈਗੇ ਸਾਡੇ ਕੋਲ ਲੱਗੇ ਹੋਏ, ਤੇ ਆ ਕੱਲ ਮੈਂ ਪਰਸੋਂ ਤੋੜੀ ਸੀ ਤੇ ਆ ਰੱਖ ਛੱਡੀ ਫ੍ਰਿਜ 'ਚ। ਮੈਂ ਕਿਹਾ ਚਲੋ ਉਹ ਕੋਈ ਮਹਿਮਾਨ ਆ ਜਾਣ ਤੇ ਉਹਨਾਂ ਨੂੰ ਖਿਲਾ ਦੇਈਦੀ ਹੈ। ਤੇ ਅੱਜ ਰੰਧਾਵਾ ਸਾਹਿਬ ਆਏ, ਇਹਨਾਂ ਨੂੰ ਖਿਲਾ ਰਹੇ ਆ, ਆਪ ਵੀ ਖਾ ਰਹੇ ਆ। ਇਹਦੇ ਨਾਲ ਇੱਕ ਮਦੇ ਨਾਲ ਡਬਲ, ਨਾਲੇ ਮਹਿਮਾਨ ਨਵਾਜ਼ੀ ਨਾਲੇ ਆਪਣੀ ਵੀ ਪੇਟ ਪੂਜਾ। ਤੇ ਆ ਦਰਖਤ 2 ਦਰਖਤ ਹੈ ਮਾਸ਼ਾਅੱਲਾ, ਤੋਂ ਕਾਫੀ ਉਤਰ ਜਾਂਦੀ ਹੈ। ਅਸੀਂ ਆਏ ਕਿ ਉਹ ਜਿਹੜੇ ਬੂਟੇ ਹੁੰਦੇ ਨਾ, ਇਹਨਾਂ ਤੋਂ ਫਲ ਜਿਹੜਾ ਉਤਰਦਾ ਉਹ ਸਿਰਫ ਆਪਣੇ ਖਾਣ ਵਾਸਤੇ ਜਾਂ ਦੋਸਤਾਂ ਨੂੰ ਖਿਲਾਉਣ ਵਾਸਤੇ ਯੂਜ਼ ਕਰੀਦਾ। ਪਹਿਲੇ ਨੰਬਰ ਤੇ ਅਸੀਂ ਜਿਹੜਾ ਕੋਈ ਫਲ ਹੁੰਦਾ ਨਾ ਪੌਦਿਆਂ ਤੇ ਆਉਂਦਾ ਹੈ, ਕੋਈ ਵੀ ਹੁੰਦਾ ਹੈ, ਉਹ ਜਿੰਨੀ ਦੇਰ ਤੱਕ 20 ਤੋਂ 25% ਜਿਹੜਾ ਹੈ ਨਾ ਪਰਿੰਦੇ ਖਾ ਨਹੀਂ ਨਾ ਲੈਂਦੇ, ਉਨੀ ਦੇਰ ਤੱਕ ਅਸੀਂ ਫਲ ਨਹੀਂ ਤੋੜਦੇ। ਪਹਿਲੀ ਸਾਡੇ ਤੋਂ ਪਹਿਲੇ ਹੱਕ ਜਿਹੜਾ ਇਹਨਾਂ ਪਰਿੰਦਿਆਂ ਦਾ, ਕਿਉਂਕਿ ਜਿਹੜੇ ਵੀ ਇੱਥੇ ਪਰਿੰਦੇ ਆਣ ਉਹਨਾਂ ਨੂੰ ਹਰ ਤਰ੍ਹਾਂ ਦਾ ਫਲ ਖਾਣ ਨੂੰ ਮਿਲੇ, ਚਾਹੇ ਉਹ ਅੰਗੂਰ ਹੋਏ, ਚਾਹੇ ਜਾਮਨ ਹੋਏ, ਅਮਰੂਦ ਹੋਏ, ਸ਼ਤੂਤ ਹੋਏ ਜਾਂ ਲੀਚੀ ਹੋਏ, ਅੰਜੀਰ ਹੋਏ। ਸਭ ਤੋਂ ਪਹਿਲੇ 20 ਤੋਂ 25% ਪਰਿੰਦੇ ਜਿਵੇਂ ਖਾਂਦੇ ਆ, ਫਿਰ ਅਸੀਂ ਉਹ ਤੋਂ ਫਲ ਤੋੜੀਦਾ। ਇੱਕ ਤਾਂ ਉਨੀ ਦੇਰ 'ਚੋਂ ਫਲ ਪੂਰਾ ਪੱਕ ਜਾਂਦਾ ਹੈ। ਦੂਸਰੇ ਨੰਬਰ 'ਤੇ ਜਿਹੜਾ ਹੈਗਾ ਨਾ, ਅਸੀਂ ਕਰੀਦਾ ਹੈ ਕਿ ਫਲ ਜਿਹੜਾ ਤੋੜੀਦਾ ਸਾਰਾ ਨਹੀਂ ਤੋੜੀਦਾ, 10-15% 20% ਫਿਰ ਪੌਦਿਆਂ 'ਤੇ ਛੱਡ ਦਈਦਾ। ਔਰ ਨਾਲ ਆ ਹੁੰਦਾ ਕਿ ਜਿਹੜੇ ਪਰਿੰਦੇ ਬਾਅਦ 'ਚੋਂ ਵੀ ਆਉਂਦੇ ਰਹਿੰਦੇ ਆ ਨਾ, ਉਹਨਾਂ ਨੂੰ ਫਲ ਖਾਣ ਨੂੰ ਮਿਲਦਾ ਹੈ। ਅਤੇ ਉਹਦੇ ਨਾਲ ਸਾਰਿਆਂ ਦਾ ਪਰਿੰਦਿਆਂ ਦਾ ਵੀ ਕੰਮ ਚੱਲਦਾ ਰਹਿੰਦਾ ਹੈ, ਅਤੇ ਅੱਲਾ ਕਰੀਮ ਮੇਰੇ ਨਾਲ ਬਰਕਤ ਨਾਜ਼ਿਲ ਫਰਮਾਉਂਦਾ ਹੈ ਤੇ ਰਿਜ਼ਕ 'ਚ ਵੀ ਇਜ਼ਾਫਾ ਹੁੰਦਾ। ਆ ਬੜਾ ਇੱਕ ਅੱਛੇ ਦੋਸਤ ਨੇ ਦੱਸਿਆ ਸੀ, ਅਸੀਂ ਇਸ ਤਰ੍ਹਾਂ ਹੀ ਕਰਨੇ। ਇੰਦੀਨ ਸਾਹਿਬ ਕਿੰਨੀ ਦੇਰ ਹੋ ਗਈ ਹੈ ਦਰਖਤ ਲਾਏ ਨੂੰ? ਆ ਦਰਖਤ ਤਕਰੀਬਨ ਜਦੋਂ ਆਏ ਸੀ ਨਾ ਉਦੋਂ ਹੀ ਲਾਇਆ, ਤਕਰੀਬਨ 25-26 ਸਾਲ ਹੋ ਗਏ। ਉਦੋਂ ਦਾ ਹੀ ਫਲ ਦੇਣ ਡਿਆ ਵਾ? ਨਹੀਂ, 8-10 ਸਾਲ ਬਾਅਦ ਦੇ ਦਿੰਦਾ। 8-10 ਸਾਲ ਬਾਅਦ, ਯਾਨੀ ਕਿ 8-10 ਸਾਲ ਤੇ ਹੋ ਗਏ ਤੁਹਾਨੂੰ ਫਲ ਖਾਂਦਿਆਂ ਨੂੰ ਇਹਦੇ ਤੋਂ? ਹਾਂਜੀ ਸਹੀ। ਤੇ ਇਹ ਨਸਲ ਕਿਹੜੀ ਦਾ ਵਾ? ਦੇਸੀ ਆ? ਨਹੀਂ, ਇਹਦੇ ਵਿੱਚ 2-3 ਨਸਲਾਂ ਹੁੰਦੀਆਂ, ਸਰਾਈ ਹੁੰਦੀ ਹੈ, ਗੋਲਾ ਹੁੰਦੀ ਹੈ। ਆ ਜਿਹੜੀ ਆ ਗੋਲਾ ਹੈ, ਆ ਗੋਲਾ ਜਿਹੜੀ ਹੁੰਦੀ ਹੈ ਨਾ ਗੋਲ ਸ਼ਕਲ 'ਚ ਹੁੰਦੀ ਹੈ, ਸਭ ਤੋਂ ਪਹਿਲੇ ਇਹੋ ਹੀ ਆਉਂਦੀ ਹੈ ਔਰ ਸਭ ਤੋਂ ਜ਼ਿਆਦਾ ਮਿੱਠੀ ਵੀ ਇਹੋ ਹੀ ਹੁੰਦੀ ਹੈ। ਤੇ ਇਹ 'ਚ ਗਿੜਕ ਜਿਹੜੀ ਹੈ ਨਾ ਦੂਸਰਿਆਂ ਦੀ ਨਿਸਬਤਨ ਛੋਟੀ ਹੁੰਦੀ ਹੈ, ਇਹਦੀ ਮਿਠਾਸ ਬਹੁਤ ਜ਼ਿਆਦਾ। ਮਿਠਾਸ ਇਹਦੀ ਇੰਨੀ ਹੁੰਦੀ ਤੁਸੀਂ ਖਾਓਗੇ ਨਾ, ਖਾਣ ਤੋਂ ਬਾਅਦ ਤੁਹਾਡੀਆਂ ਉਂਗਲੀਆਂ ਇਸ ਤਰ੍ਹਾਂ ਜੁੜਨਗੀਆਂ ਕਿ ਜਿਵੇਂ ਤੁਸੀਂ ਪਾਵੇ ਖਾ ਰਹੇ। ਸਹੀ। ਦੀਨ ਸਾਹਿਬ ਇਹਦੇ ਕੀ ਫਾਇਦੇ ਇਸ ਫਲ ਦੇ? ਦੇਖੋ ਜੀ, ਫਲ ਕੋਈ ਵੀ ਮੌਸਮ ਦਾ ਹੈ, ਤਾਜ਼ਾ ਹੈ, ਉਹ ਤੁਹਾਨੂੰ ਖਾਣਾ ਚਾਹੀਦਾ। ਸਹੀ। ਹਰ ਮੌਸਮ ਦਾ ਫਲ ਖਾਣਾ ਚਾਹੀਦਾ। ਉਹਦੇ ਵਾਸਤੇ ਉਹਦੇ ਵਿੱਚ ਜਿੰਨੀਆਂ ਕੁਦਰਤ ਨੇ ਜਿਤਨੇ ਵਿਟਾਮਿਨ ਬਣਾਏ ਆ ਉਹ ਤੁਹਾਨੂੰ ਸਾਰੇ ਮਿਲ ਜਾਂਦੇ ਆ। ਬਹੁਤੀ ਐਡੀ ਬਰੀਕੀ 'ਚ ਨਹੀਂ ਜਾਈਦਾ ਕਿਹੜੇ ਫਲ। ਹਾਂ, ਹੁਣ ਨੈੱਟ 'ਤੇ ਚੈੱਕ ਕਰੋ, ਆਰੀ ਬੜੀ ਸਾਰੀ ਅਫਾਦੀਅਤ ਹੋਏਗੀ, ਬੇਸ਼ੁਮਾਰ ਬੜਾ ਅੱਛਾ ਔਰ ਸਟਰੋਂਗ ਫਲ ਹੈ। ਲੇਕਿਨ ਆਏ ਕਿ फ़ायदे ਇਹਦੇ ਬੇਸ਼ੁਮਾਰ ਹੋਣਗੇ, ਲੇਕਿਨ ਮੈਂ ਇਹਦੇ 'ਤੇ ਜ਼ਿਆਦਾ ਰਿਸਰਚ ਨਹੀਂ ਕੀਤੀ। ਉਹ ਮੈਂ ਦੱਸਾਂਗਾ ਤੇ ਫਿਰ ਉਹ ਕੰਮ ਗਲਤ ਹੋ ਜਾਏਗਾ। ਜਿਸ ਕੰਮ ਦੇ ਉੱਤੇ ਪੂਰਾ ਤੁਹਾਡੇ ਕੋਲ ਨੌਲੇਜ ਨਾ ਹੋਏ, ਉਸ ਟੌਪਿਕ ਤੇ ਮੇਰਾ ਖਿਆਲ ਹੈ ਗੱਲ ਨਹੀਂ ਕਰਨੀ ਚਾਹੀਦੀ। ਇਹਦੇ ਉੱਤੇ ਪੂਰਾ ਮੇਰਾ ਨੌਲੇਜ ਦਾ ਦੌਰ ਆ, ਬੰਦੇ ਕੋਲ ਇੱਕ ਅਵਾਲ ਨੂੰ ਬਾਲ ਕਹਿ ਦਿੱਤਾ ਜਾਵੇ ਨਾ ਜਲਦੀ 'ਚ, ਤੇ ਲੋਕ ਸਾਰੀ ਵੀਡੀਓ ਛੱਡ ਕੇ ਤੋਂ ਉਸ ਚੀਜ਼ ਨੂੰ ਨੋਟ ਕਰਨਗੇ ਤੇ ਉੱਤੇ ਕਮੈਂਟਸ ਕਰ ਦੇਣਗੇ। ਗੱਲ ਆ ਹੈ, ਫਿਰ ਉਹ ਬੜਾ ਸੋਚ ਸਮਝ ਕੇ ਹਰ ਗੱਲ ਬੜਾ ਆ ਸੋਸ਼ਲ ਮੀਡੀਆ ਦਾ ਦੌਰ ਹੈ, ਹਰ ਕੰਮ ਜਿਹੜਾ ਨਾ ਸੋਚ ਸਮਝ ਕੇ ਕਰਨਾ ਪੈਂਦਾ। ਅਗਰ ਤੁਸੀਂ ਜ਼ਰਾ ਜੀ ਵੀ ਕੋਈ ਗੱਲ ਗਲਤ ਕਰੋ, ਦੋ ਗਲਤੀ, ਉਹ ਫਿਰ ਉਹ ਇਸੇ ਤਰ੍ਹਾਂ ਜਿਵੇਂ ਫਰਾਈ ਵੀਲ ਹੈ, ਦੂਸਰੀਆਂ ਚੀਜ਼ਾਂ, ਲਫ਼ਜ਼ਾਂ ਦਾ ਜਿਹੜਾ ਫ਼ਰਕ ਹੈ, ਜ਼ੇਰ ਜ਼ਬਰ ਦਾ ਫ਼ਰਕ ਹੈ, ਬੜਾ ਸਾਰਾ ਮਾਇਨੀ ਉਹ ਫਿਰ ਇਸ ਚੀਜ਼ ਕਰਕੇ ਨਾ ਬੜਾ ਸੋਚ ਸਮਝ ਕੇ ਮੇਰਾ ਖਿਆਲ ਹੈ ਸੋਸ਼ਲ ਮੀਡੀਆ, ਹਾਲਾਂਕਿ ਸਾਡਾ ਸੋਸ਼ਲ ਮੀਡੀਆ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ 'ਤੇ ਰੋਂਗ ਹੈ, ਲੇਕਿਨ ਇਹ ਇਸੇ ਤਰ੍ਹਾਂ ਹੀ ਠੀਕ ਹੋ ਸਕਦਾ ਨਾ। ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ ਤੇ ਜਿਹੜੀ ਚੀਜ਼ ਸਹੀ ਹੈ, ਜਿਹੜਾ ਉਹਨੂੰ ਪੂਰਾ ਔਰ ਤੇ ਜਿਹਦੇ 'ਤੇ ਨੌਲੇਜ ਹੈ ਉਹੋ ਹੀ ਬਿਆਨ ਕਰੇ, ਨਾ ਕਿ ਹਰ ਚੀਜ਼ ਦੇ ਮੁਤਲਕ ਨੌਲੇਜ ਬਿਆਨ ਕਰਦੇ ਤੇ ਉਹ ਫਿਰ ਗਲਤ ਹੋਏ, ਉਹ ਗਲਤ ਕੰਮ ਠੀਕ ਨਹੀਂ ਹੈ। ਕਿਉਂਕਿ ਨਦੀਮ ਸਾਹਿਬ ਕਈ ਹਜ਼ਾਰਾਂ ਲੋਕ ਨਾਲ ਜੁੜੇ ਹੁੰਦੇ ਨੇ, ਕਈ ਸਿੱਖਦੇ ਵੀ ਆ, ਕਈ ਜਿਹੜੇ ਆ ਉਹ ਉਹਦੇ ਤੇ ਅਮਲ ਕਰਕੇ ਉਹ ਤੋਂ ਫਾਇਦਾ ਵੀ ਲੈਂਦੇ ਨੇ। ਬਿਲਕੁਲ ਲੈਂਦੇ ਜੀ। ਆ ਚੀਜ਼ਾਂ ਜਿਹੜੀਆਂ ਨਾ ਟੈਕਨੀਕਲ ਕੰਮ ਵੀ ਇਸੇ ਤਰ੍ਹਾਂ, ਇੰਜਨ ਦੇ ਵੀ ਕੰਮ ਇਸੇ ਤਰ੍ਹਾਂ ਹੈ, ਬੋਰਿੰਗ ਦੇ ਕੰਮ ਇਸੇ ਤਰ੍ਹਾਂ ਹੈ। ਜਿਹੜੀ ਚੀਜ਼ ਤੇ ਤੁਹਾਡਾ ਅਬੂਰ ਹੈ ਤੁਸੀਂ ਉਹੀ ਲੋਕਾਂ ਨੂੰ ਦੱਸੋ, ਔਰ ਜਿਹੜੀ ਦੱਸੋ 100% ਸ਼ੋਰ ਕਰਕੇ ਫਿਰ ਮੀਡੀਆ 'ਤੇ ਭੇਜੋ। ਹਾਂਜੀ। ਔਰ ਆ ਸਾਨੂੰ
ਅੱਜ ਆਏ ਆ ਰੰਧਾਵਾ ਸਾਹਿਬ ਤੇ ਛੋਟੀ ਜੀ ਮੀਟਿੰਗ ਕਰ ਰਹੇ ਆ। ਤੁਹਾਨੂੰ ਪਸੰਦ ਆਏ ਤੇ ਤੁਸੀਂ ਸਾਡਾ YouTube ਜਿਹੜਾ ਚੈਨਲ ਹੈ ਪ੍ਰੋ ਇੰਜੀਨੀਅਰਿੰਗ ਉਹਨੂੰ ਵੀ ਸਬਸਕ੍ਰਾਈਬ ਤੇ ਲਾਈਕ ਕਰੋ। ਅੱਲਾ ਹਾਫਿਜ਼।